मैं वो बदकिस्मत इंसान हाँ जिहड़ा बिना किसी कारण जां कह लईए भी पुलिस के झूठ के पलंदे के तहत 3 साल जेल च रहा ते 10 साल जिहड़े अदालतां दे धक्के खाधे। अपने आप नूं थाणा सिटी जगराऊं दा SHO कहाउंदा गुरिंदर सिंह बल जी ने मेरे मृतक पिता नूं सुरगां दे विचों बुला के झूठी गवाही पा के मेरे ते कतल का झूठा मुकदमा पाया। 22/7/2005 ਦੇ ਵਿੱਚ ਇਕਬਾਲ ਸਿੰਘ ਦੇ ਘਰ ਉਹਨਾਂ ਦੇ ਪਿਤਾ ਆ ਲਿਖਿਆ ਉਹਨਾਂ ਦੇ ਪਿਤਾ ਮਲਕੀਤ ਸਿੰਘ ਦੀ ਹਾਜ਼ਰੀ ਦੇ ਵਿੱਚ ਪਰਨਾ ਕੱਢ ਕੇ ਬਰਾਮਦ ਕੀਤਾ ਤੇ ਇਕਬਾਲ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦਸਤਖਤ ਕੀਤੇ ਜਦੋਂ ਕਿ ਮਲਕੀਤ ਸਿੰਘ ਇੱਥੇ ਹਾਜ਼ਰੀ ਨਹੀਂ ਇਸ ਤਰੀਕੇ ਤੇ ਉਹਨਾਂ ਦੀ ਮੌਤ ਤਾਂ 6/6/94 ਨੂੰ ਪਹਿਲਾਂ ਹੋ ਚੁੱਕੀ। ਜਿਹੜਾ ਕਿ ਕਤਲ ਹੋਇਆ ਹੀ ਨਹੀਂ ਤੇ 1 ਸਾਲ ਭਰ ਮੇਰੇ ਘਰੇ ਝੂਠੀਆਂ ਰੇਡਾਂ ਦਿਖਾਈਆਂ ਉਹਨਾਂ ਵਹੀਕਲਾਂ ਦੇ ਉੱਤੇ ਜਿਹੜੇ ਵਹੀਕਲ ਏਜੰਸੀ ਚੋਂ ਨਿਕਲੇ ਹੀ ਨਹੀਂ। ਹੁਣ ਮੋਟਰਸਾਈਕਲ ਨਿਕਲਦਾ ਵਾ ਜਨਵਰੀ 2005 ਦੇ ਵਿੱਚ ਤੇ ਰੇਡ ਕਦੋਂ ਮਾਰਤੀ 2004 ਦੇ 9ਵੇਂ ਮਹੀਨੇ ਜਿਹੜੀ ਮੋਟਰਸਾਈਕਲ ਏਜੰਸੀ ਚੋਂ ਆਇਆ ਹੀ ਨਹੀਂ ਤੇ ਰੇਡ ਉਹਦੇ ਤੇ ਪਹਿਲਾਂ ਹੀ ਵੱਜ ਗਈ। ਥਾਣੇ ਦੀ ਉਹ ਜਿਪਸੀ ਦੇ ਉੱਤੇ ਰੇਡਾਂ ਦਿਖਾਈਆਂ ਜਿਹੜੀ ਕਦੇ ਜਿਪਸੀ ਪਿੰਡ ਮੇਰੇ ਗਈ ਹੋਈ ਨਹੀਂ। 25/11/2004 ਨੂੰ SHO ਕਹਿੰਦਾ ਵਾ ਕਿ ਵੀ ਮੈਂ ਰੇਡ ਕੀਤੀ ਸੀ ਇਕਬਾਲ ਸਿੰਘ ਦੇ ਘਰੇ ਇਸ ਮੁਕੱਦਮੇ ਦੇ ਵਿੱਚ। ਜਦੋਂ ਮੈਂ RTI ਦੇ ਵਿੱਚ ਇਹ ਜਿਹੜਾ ਕਾਰ ਦਾ ਰਿਕਾਰਡ ਕਢਾਇਆ ਤੇ ਆਹ ਕਾਰ ਦਾ ਰਿਕਾਰਡ ਆ PV 23D ਆਹ ਕਾਰ ਆ ਇਹ ਗੁਰੂ ਨਾਨਕ ਸਟੀਲ ਮਿੱਲ ਮੰਡੀ ਗੋਬਿੰਦਗੜ੍ਹ ਦੇ ਕਿਸੇ ਬੰਦੇ ਦੇ ਨਾਂ ਤੇ ਜਦੋਂ ਅਸੀਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਜੀ ਸਾਡੀ ਕਾਰ ਤਾਂ ਅਸੀਂ ਆਪਦੀ ਬੇਟੀ ਨੂੰ ਦਾਜ ਦਿੱਤੀ ਹੋਈ ਆ ਇਹ ਸਾਡੀ ਕਾਰ ਦੇ ਉੱਤੇ ਰੇਡ ਕਰਨ ਦਾ ਮਤਲਬ ਹੀ ਨਹੀਂ ਕੋਈ। ਤੇ ਸਾਰਾ ਝੂਠ ਦਾ ਪਲੰਦਾ ਬਣਾ ਕੇ ਇਸ ਥਾਣੇਦਾਰ ਨੇ ਮੇਰੇ ਪਰਿਵਾਰ ਦੇ ਉੱਤੇ ਇੰਨਾ ਅਤਿਆਚਾਰ ਕੀਤਾ। ਮੇਰੀ ਛੋਟੀ ਭੈਣ ਦੀ ਇਹਨੂੰ ਕਰੰਟ ਲਾ ਲਾ ਕੇ ਸਦਾ ਲਈ ਨਕਾਰਾ ਕਰਤਾ। ਇਹਦੇ ਸਾਰੇ ਸਰੀਰ ਦੀਆਂ ਨਾੜਾਂ ਮਰ ਗਈਆਂ। ਹੁਣ ਇਹ ਸਾਰਾ ਕੁਝ ਮੰਜੇ ਤੇ ਮੌਤ ਢੀਕ ਰਹੀ ਹੈ। जेल दे विच बैठ के मैं कानून पढ़े चिट्ठियां लिख लिख के पुलिस का यह सारा झूठ नंगा किया। कोई जेल के 3 सालों के दरम्यान मैं कोई 10-12 हज़ार चिट्ठियां लिखियां बाहर आके कोई 20-25 हज़ार चिट्ठियां होर लिखियां अज तक कोई 30-35 हज़ार चिट्ठियां अज तक मैं लिख चुकिया वां। मतलब तुसी ऐ समझ लो भी रात का वेला हो 12-1 बजे का एक नौजवान 19-20 सालों की लड़की ਤੇ ਇੱਕ ਬਿਰਧ ਮਾਤਾ ਉਹਨਾਂ ਦੇ ਸਾਹਮਣੇ ਹੋਵੇ ਨਸ਼ੇ ਦੀ ਹਾਲਤ ਦੇ ਵਿੱਚ 8-10 ਪੁਲਿਸ ਮੁਲਾਜ਼ਮ ਹੋਣ ਤੇ ਫਿਰ ਕੀ ਵਾਪਰੂਗਾ। ਕੈਪਟਨ ਨੂੰ ਚਿੱਠੀ ਲਿਖੀ ਉਹ ਤੋਂ ਇਨਸਾਫ ਦੀ ਮੰਗ ਕੀਤੀ ਵੀ ਜੇ ਮੈਨੂੰ ਜਿਉਂਦੇ ਜੀ ਇਨਸਾਫ ਨਹੀਂ ਤਾਂ ਘੱਟੋ ਘੱਟ ਮੌਤ ਦੀ ਆਗਿਆ ਦਿੱਤੀ ਜਾਵੇ ਕਿ ਮੈਂ ਰੋਜ਼ ਤੜਪ ਕੇ ਗਿੱਲੇ ਗੋਏ ਵਾਂਗ ਧੁੱਕਦੀਆਂ ਮਰਦੀਆਂ ਕਿੰਨੀ ਦੇਰ ਇੰਤਜ਼ਾਰ ਕਰੂੰਗੀ ਔਰ ਇਨਸਾਫ ਦਾ। ਨਾ ਕਤਲ ਹੋਇਆ ना थाना सी ना थानेदार सी ते ना ही कोई रेड हुई ना कोई गवाह सी फिर भी ये 10 साल झूठा मुकदमा जिहड़ा चलदा रहा। ये सारे दा सारा जाली ना उदों थाना ना उस टाइम थाना ते ना थानेदार उस पुलिस अफसर नूं देना हुंदा वा DGP ने जिहड़े पुलिस अफसर ने बहुत वधिया काम कीता हुंदा पर इस साडे केस दे विच वधिया काम पुलिस ने नहीं कीता। उन्होंने तो उन्होंने परचा दर्ज करने की सिफारिश की पर क्योंकि वधिया काम मैं किया भाव हरेक चीज़ नूं कढ़ के नंगा किया उन्होंने फिर मैनू सन्मानित किया ये कमेंडेशन सर्टिफिकेट क्लास 1 दे के। पुलिस नूं अथाह शक्तियां उस टाइम के सत्ताधारी धिर ने दित्तियां इन्नियां ताकतां उन्होंने पुलिस नूं देतियां एक हौलदार तक नूं सिपाही तक नूं भी तू खुद ही थानेदार आ खुद ही वकील आ खुद ही जज आ। अज भी ਜਿਹੜੇ थाने वो बुचड़खाने ने। मेरा नाम इकबाल सिंह रसूलपुर पिंड रसूलपुर तहसील जगराऊं जिला लुधियाना का मैं रहने वाला वां। मैं सोशल वर्क का काम करदा वां ते नाल सरकारी मुलाजिम भी सी। 31/7/2004 नूं मेरी भतीजी ने घर दे विच सुसाइड कर लिया सी। उस टाइम के SHO कहाउंदे अपने आप नूं गुरिंदर सिंह बल ने
ਰੰਜਿਸ਼ ਤਹਿਤ ਇੱਕ ਸਾਜ਼ਿਸ਼ ਰਚ ਕੇ ਇਸ ਸੂਸਾਈਡ ਨੂੰ ਮਰਡਰ ਬਣਾਇਆ। ਆਪਦੇ ਖਾਸ ਯਾਰ ਦੋਸਤ ਪਿੰਡ ਦੇ ਸਰਪੰਚ ਤੇ ਮੈਂਬਰ ਨੂੰ ਮੇਰੇ ਪਿੰਡ ਤੋਂ 40 ਕਿਲੋਮੀਟਰ ਦੂਰ ਦੇ ਉਹਨਾਂ ਨੂੰ ਗਵਾਹ ਬਣਾਇਆ। ਫਰਜ਼ੀ ਗਵਾਹ ਬਣਾ ਕੇ, ਫਰਜ਼ੀ ਸਾਰਾ ਰਿਕਾਰਡ ਤਿਆਰ ਕਰਕੇ ਤੇ ਫਰਜ਼ੀ ਸਾਰੀਆਂ ਰੇਡਾਂ ਦਿਖਾ ਕੇ ਜੇਲ੍ਹ ਦੇ ਵਿੱਚ 3 ਸਾਲ ਮੈਨੂੰ ਰਹਿਣਾ ਪਿਆ। ਜੇਲ੍ਹ ਦੇ ਵਿੱਚ ਬੈਠ ਕੇ ਮੈਂ ਕਾਨੂੰਨ ਪੜ੍ਹੇ। RTI ਐਕਟ ਉਦੋਂ 2005 ਦੇ ਵਿੱਚ ਨਵਾਂ ਆਇਆ ਸੀ। ਉਹਦੇ ਤਹਿਤ ਮੈਂ ਚਿੱਠੀਆਂ ਲਿਖ ਕੇ ਪੁਲਿਸ ਦਾ ਇਹ ਸਾਰਾ ਝੂਠ ਨੰਗਾ ਕੀਤਾ। ਕੋਈ ਜੇਲ੍ਹ ਦੇ 3 ਸਾਲਾਂ ਦੇ ਦਰਮਿਆਨ ਮੈਂ ਕੋਈ 10-12 ਹਜ਼ਾਰ ਚਿੱਠੀਆਂ ਲਿਖੀਆਂ, ਬਾਹਰ ਆ ਕੇ ਕੋਈ 20-25 ਹਜ਼ਾਰ ਚਿੱਠੀਆਂ ਹੋਰ ਲਿਖੀਆਂ। ਅੱਜ ਤੱਕ ਕੋਈ 30-35 ਹਜ਼ਾਰ ਚਿੱਠੀਆਂ ਅੱਜ ਤੱਕ ਮੈਂ ਲਿਖ ਚੁੱਕਿਆ ਵਾਂ। ਇਹਨਾਂ 30-35 ਹਜ਼ਾਰ ਚਿੱਠੀਆਂ ਦੇ ਰਾਹੀਂ ਜੋ ਪੁਲਿਸ ਦਾ ਝੂਠ ਨੰਗਾ ਹੋਇਆ ਉਹ ਹੈਰਾਨ ਕਰਨ ਵਾਲਾ ਵਾ, ਜਿਹਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ SHO ਨੇ ਮੇਰੇ ਘਰ ਰੇਡਾਂ ਕੀਤੀਆਂ, ਜਦੋਂ ਕਿ ਇੱਕ ਵੀ ਰੇਡ ਥਾਣੇ ਦੇ ਰੋਜ਼ਨਾਮ ਦੇ ਵਿੱਚ ਦਰਜ ਨਹੀਂ, ਇੱਕ ਵੀ ਰੇਡ ਜਿਮਨੀ ਰਿਕਾਰਡ ਦੇ ਵਿੱਚ ਦਰਜ ਨਹੀਂ। ਤੇ ਜਿਮਨੀ ਰਿਕਾਰਡ ਦੇ ਮੁਤਾਬਕ ਜਿਹੜੀਆਂ ਇਹ ਰੇਡਾਂ ਦੇ ਵਾਸਤੇ ਵਹੀਕਲ ਵਰਤੇ ਗਏ, 2 ਮੋਟਰਸਾਈਕਲ ਵਰਤੇ ਦਿਖਾਏ, ਇੱਕ ਸਕੂਟਰ ਵਰਤਿਆ ਦਿਖਾਇਆ, ਇੱਕ ਵੈਗਨਰ ਕਾਰ ਵਰਤੀ ਦਿਖਾਈ, ਜਦੋਂ ਕਿ ਇਹ ਜਿਹੜੇ ਵਹੀਕਲ ਆ ਇਹ ਏਜੰਸੀ 'ਚ ਨੂੰ ਤੋਂ ਬਾਹਰ ਹੀ ਨਹੀਂ ਨਿਕਲੇ ਗਏ, ਜਾਣੀ ਦੀ ਉਹਨਾਂ ਦੀ ਰਜਿਸਟ੍ਰੇਸ਼ਨ ਹੀ ਨਹੀਂ ਹੋਈਗੀ ਤੇ ਕਾਗਜ਼ਾਂ ਦੇ ਵਿੱਚ ਮੇਰੇ ਘਰੇ ਰੇਡਾਂ ਵੀ ਮਾਰਤੀਆਂ। ਤੇ ਜਿਹੜੀ ਸਰਕਾਰੀ ਜਿਪਸੀ ਦਿਖਾਈ ਰੇਡਾਂ ਵਾਸਤੇ, ਉਹ ਜਿਪਸੀ ਦੀ ਲੌਗ ਬੁੱਕ ਦੇ ਵਿੱਚ ਇੱਕ ਵੀ ਰੇਡ ਆ ਜਿਹੜੀ ਉਹ ਦਰਜ ਨਹੀਂ ਹੈਗੀ। 31/7/2004 ਤੋਂ 22/7/2005 ਤੱਕ ਇਸ ਜਿਮਨੀ ਰਿਕਾਰਡ ਦੇ ਵਿੱਚ ਇਹਨੇ ਥਾਂ ਤੇ ਇੱਕ ਗੱਲ ਲਿਖੀ ਆ, ਇਹ 40 ਕਰੇਡਾਂ ਕਰੀਬ ਇਹਦੇ ਵਿੱਚ ਮੇਰੇ ਘਰੇ ਮਾਰੀਆਂ ਦਿਖਾਈਆਂ ਵਾ, ਜਿਹਦੇ ਵਿੱਚੋਂ ਅੱਧੀਆਂ ਪ੍ਰਾਈਵੇਟ ਵਹੀਕਲ ਦੇ ਉੱਤੇ, ਅੱਧੀਆਂ ਸਰਕਾਰੀ ਜਿਪਸੀ ਦੇ ਉੱਤੇ। ਆਹ ਲਿਖਿਆ ਵਾ ਜਿਹੜੀ 15 ਉਦਾਹਰਨ ਤੌਰ ਤੇ ਵੀ 15/4/2005 ਨੂੰ ਬਾਸਵਾਰੀ ਪ੍ਰਾਈਵੇਟ ਵਹੀਕਲ ਗੱਡੀ, ਅਬਲੀਕ ਗੱਡੀ, ਜਾਣੀ ਦੀ ਪ੍ਰਾਈਵੇਟ ਗੱਡੀ ਜਾਂ ਵਹੀਕਲ ਦੋਨਾਂ ਚੋਂ ਇੱਕ ਚੀਜ਼ ਦੇ ਉੱਤੇ ਮੈਂ ਇੰਨੀ ਤਰੀਕ ਨੂੰ ਘਰੇ ਰੇਡ ਕੀਤੀ। ਜਦੋਂ ਮੈਂ RTI ਦੇ ਵਿੱਚ ਇਹ ਪੁੱਛਿਆ ਕਿ ਵੀ ਇਹ, ਮੈਂ ਫਿਰ ਥਾਣੇ ਨੂੰ ਇੱਕ RTI ਲਿਖੀ। RTI ਦੇ ਵਿੱਚ ਮੈਂ ਪੁੱਛਿਆ ਵੀ ਗੁਰਿੰਦਰ ਸਿੰਘ ਬੱਲ ਨੇ ਜਿਹੜੇ ਮੁਕੱਦਮੇ ਦੇ ਵਿੱਚ ਪ੍ਰਾਈਵੇਟ ਵਹੀਕਲਾਂ ਦੇ ਉੱਤੇ ਰੇਡ ਕੀਤੀ ਆ, ਉਹ ਵਹੀਕਲ ਦਾ ਨੰਬਰ, ਉਹਦੇ ਵਿੱਚ ਤੇਲ ਕਿੱਥੋਂ ਪਵਾਇਆ, ਉਹਦੀ ਰਸੀਦ ਉਹ ਮੈਨੂੰ RTI ਦੇ ਵਿੱਚ ਦਿਓ। ਤਾਂ ਉਹਨਾਂ ਨੇ ਜਵਾਬ ਦਿੱਤਾ ਥਾਣੇ ਵਾਲਿਆਂ ਨੇ ਕਿ ਵੀ ਇਹੋ ਜਿਹਾ ਕੋਈ ਸਾਡੇ ਕੋਲੇ ਰਿਕਾਰਡ ਹੈ ਨਹੀਂਗਾ। ਤੇ ਗੁਰਿੰਦਰ ਸਿੰਘ ਬੱਲ ਆ ਜਿਹੜਾ ਉਹ ਇਸ ਟਾਈਮ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਾਇਨਾਤ ਆ ਤੇ ਤੁਸੀਂ ਉਹਦੇ ਤੋਂ RTI ਦੇ ਵਿੱਚ ਰਿਕਾਰਡ ਮੰਗੋ। ਤਾਂ ਫਿਰ ਮੈਂ ਪਟਿਆਲੇ SSP ਦਫ਼ਤਰ ਨੂੰ ਚਿੱਠੀ ਲਿਖੀ। ਤਾਂ ਫਿਰ 14/11/2008 ਨੂੰ ਸੂਚਨਾ ਕਮਿਸ਼ਨ ਦੇ ਹੁਕਮ ਦੇ ਉੱਤੇ ਉਹਨੇ ਫਿਰ ਇੱਕ ਇਹ ਰਿਕਾਰਡ ਦਿੱਤਾ। ਇਹ ਰਿਕਾਰਡ ਦੇ ਵਿੱਚ ਕੀ ਉਹਨੇ ਦਿੱਤਾ ਕਿ ਆਪਦੇ ਗਨਮੈਨਾਂ ਦੇ ਮੋਟਰਸਾਈਕਲ 2 ਉਹਨਾਂ ਦੇ ਨੰਬਰ ਤੇ ਇੱਕ ਸਰਕਾਰੀ ਜਿਪਸੀ 1452 ਤੇ ਉਸ ਤੋਂ ਬਿਨਾ ਇੱਕ ਵੈਗਨਰ ਕਾਰ ਤੇ ਇੱਕ ਆ ਜਿਹੜਾ ਇੱਕ ਹੋਰ ਮੋਟਰਸਾਈਕਲ ਮਨਜਿੰਦਰ ਸਿੰਘ ਉਹਦਾ ਗਨਮੈਨ ਸੀ, ਉਹਦੇ ਨਾਂ ਦੇ ਉੱਤੇ ਆ PV 25 2832 ਤੇ ਇੱਕ ਆਹ 2811 PV 25C 2811 ਜਗਰਾਉਂ ਦਾ ਨੰਬਰ ਹੈ। ਇਹ ਤੀਰਥ ਸਿੰਘ ਦੇ ਨਾਮ ਦੇ ਉੱਤੇ ਆ। ਕਹਿੰਦਾ ਮੈਂ ਇਹਦੇ ਉੱਤੇ ਰੇਡਾਂ ਕਰਦਾ ਸੀ। ਆ ਮੋਟਰਸਾਈਕਲ ਦੇ ਉੱਤੇ 4 ਬੰਦੇ ਬੈਠ ਕੇ ਜਾਂਦੇ ਆ, ਵੀ 4 ਬੰਦੇ ਮੋਟਰਸਾਈਕਲ ਤੇ ਬੈਠ ਕੇ ਜਾਂਦੇ ਆ। ਜਦੋਂ ਮੈਂ RTI ਦੇ ਵਿੱਚ ਇਹ ਮੋਟਰਸਾਈਕਲ ਇਹ ਕਹਿੰਦਾ ਵਾ ਵੀ ਕਿਹੜੀ ਤਰੀਕ ਨੂੰ ਰੇਡ ਕੀਤੀ, ਆ ਇੱਥੇ ਤਰੀਕ ਲਿਖੀ ਆ 2004 ਦੇ 9ਵੇਂ ਮਹੀਨੇ ਦੀ, ਆਹ ਤਰੀਕ ਲਿਖੀ ਆ 30/8/4 ਨੂੰ ਰੇਡ ਕੀਤੀ। ਇਹ ਜਾਣੀ ਇਹਨਾਂ ਮੋਟਰਸਾਈਕਲਾਂ ਦੇ ਉੱਤੇ ਇਹਨਾਂ ਤਰੀਕਾਂ ਨੂੰ ਰੇਡ ਕੀਤੀ। ਜਦੋਂ ਮੈਂ RTI ਦੇ ਵਿੱਚ ਇਹ ਮੋਟਰਸਾਈਕਲ ਦੀ ਟਰਾਂਸਪੋਰਟ ਵਿਭਾਗ ਤੋਂ RC ਮੰਗਾਈ, RC ਦੇ ਮੁਤਾਬਕ ਇਹ ਮੋਟਰਸਾਈਕਲ ਜਿਹੜਾ 2811 ਵਾ ਇਹ ਤੀਰਥ ਸਿੰਘ ਦੇ ਨਾਮ ਤੇ ਆ। ਪਰ ਹੈਰਾਨੀ ਵਾਲੀ ਗੱਲ ਆ ਵੀ ਇਹ ਮੋਟਰਸਾਈਕਲ ਜਨਵਰੀ 2005 ਦੇ ਵਿੱਚ ਏਜੰਸੀ ਚੋਂ ਨਿਕਲਦਾ ਵਾ। ਹੁਣ ਮੋਟਰਸਾਈਕਲ ਨਿਕਲਦਾ ਵਾ ਜਨਵਰੀ 2005 ਦੇ ਵਿੱਚ ਤੇ ਰੇਡ ਕਦੋਂ ਮਾਰਤੀ 2004 ਦੇ 9ਵੇਂ ਮਹੀਨੇ, ਜਾਣੀ ਦੀ ਮੋਟਰਸਾਈਕਲ ਏਜੰਸੀ 'ਚੋਂ ਆਇਆ ਹੀ ਨਹੀਂ ਤੇ ਰੇਡ ਉਹਦੇ ਤੇ ਪਹਿਲਾਂ ਹੀ ਵੱਜ ਗਈ। ਇਹ 30/8 ਨੂੰ ਰੇਡ ਮਾਰਤੀ, ਇਹ 2004 ਦੇ ਵਿੱਚ ਰੇਡ ਮਾਰਤੀ। ਭਾਵ ਇਹ ਸਾਰਾ ਜਿਹੜਾ ਰੇਡਾਂ ਦਾ ਰਿਕਾਰਡ ਫਰਜ਼ੀ ਨਿਕਲਿਆ। ਤੇ ਜਦੋਂ ਇਹ ਫਰਜ਼ੀ ਸਾਬਤ ਹੋਇਆ ਤੇ ਫਿਰ ਉਹਨੇ ਸੂਚਨਾ ਕਮਿਸ਼ਨ ਕੋਲੇ ਮਾਫੀ ਮੰਗ ਲਈ ਲਿਖਤੀ ਰੂਪ ਦੇ ਵਿੱਚ ਐਫੀਡੇਵਿਟ ਦੇ ਕੇ। ਉਸ ਤੋਂ ਬਾਅਦ ਕਰਦੇ ਇੱਥੇ ਇੱਕ ਕਾਰ ਦਾ ਨਾਮ ਵੀ ਆਉਂਦਾ ਵਾ ਕਿ ਵੀ ਮੈਂ ਇੱਕ ਕਾਰ ਦੇ ਉੱਤੇ ਰੇਡ ਕੀਤੀ ਆ, ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵਾ। ਆਹ ਜਗਰੂਪ ਸਿੰਘ ਹੌਲਦਾਰ ਦਾ ਮੋਟਰਸਾਈਕਲ ਬਜਾਜ ਚੇਤਕ, ਆ ਦੇਖੋ ਬਜਾਜ ਚੇਤਕ, ਇਹ ਬਜਾਜ ਚੇਤਕ ਮੋਟਰਸਾਈਕਲ ਆ। ਇਹਨੇ ਕਾਗਜ਼ਾਂ ਦੇ ਵਿੱਚ ਮੈਨੂੰ ਲਿਖ ਕੇ ਦਿੱਤਾ ਵਾ ਕਿ ਵੀ ਇਹ ਜਗਰੂਪ ਸਿੰਘ ਦੇ ਨਾਂ ਦਾ ਵਾ।
ਜਦੋਂ ਅਸੀਂ ਇਹਦੀ ਆਰਸੀ ਮੰਗਾਈ, ਇਹ ਸਕੂਟਰ ਜਗਰੂਪ ਸਿੰਘ ਦੀ ਬਜਾਏ ਇਸ ਬੰਦੇ ਦੇ ਨਾਂ ਤੇ ਆ। ਜਦੋਂ ਇਹ ਬੰਦੇ ਨਾਲ ਅਸੀਂ ਸੰਪਰਕ ਕੀਤਾ, ਇਹ ਕਹਿੰਦਾ ਜੀ ਵੀ ਮੇਰਾ ਤਾਂ ਸਕੂਟਰ ਅਸੀਂ ਕੁਆੜੀਆਂ ਨੂੰ ਵੇਚਦਾ ਸੀਗਾ, ਵੀ ਸਾਡੇ ਕੋਲ ਤਾਂ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂਗਾ, ਅਸੀਂ ਇੱਥੇ ਕਿਹਦੀ ਰੇਡ ਹੋਣੀ ਆ। ਫਿਰ ਅਸੀਂ ਇਹਨੂੰ ਕਿਹਾ ਵੀ ਇਹ 302 ਦੇ ਮੁਕੱਦਮੇ ਦੇ ਵਿੱਚ 2004-05 ਦੇ ਵਿੱਚ ਮੈਂ ਕਈ ਜਥੇਬੰਦੀਆਂ ਦੇ ਵਿੱਚ ਕੰਮ ਕਰਦਾ ਸੀਗਾ, ਤੇ ਜਿਹੜਾ ਇਹ SHO ਸੀ ਇਹ ਇੱਥੇ ਜਾਲੀ ਤੌਰ ਤੇ ਕੰਮ ਕਰਦਾ ਸੀਗਾ, ਭਾਵ ਥਾਣਾ ਸਿਟੀ ਜਗਰਾਉਂ ਉਸ ਟਾਈਮ ਹੋਂਦ ਵਿੱਚ ਨਹੀਂ ਸੀਗਾ, ਜਦੋਂ ਕਿ ਇਹ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ SHO ਕਹਿੰਦਾ ਸੀਗਾ। ਇਹ SSP ਵੱਲੋਂ ਜਾਰੀ ਹੋਇਆ ਹੋਇਆ ਆਰਡਰ ਆ ਗੁਰਿੰਦਰ ਸਿੰਘ ਨੂੰ SHO ਲਾਉਣ ਬਦਲੇ, ਕਿ ਵੀ ਮੈਂ ਅੱਜ SHO PS ਸਿਟੀ ਜਗਰਾਉਂ ਲਾ ਰਿਹਾ ਵਾਂ। ਕਿਹੜੀ ਤਰੀਕ ਨੂੰ? 21/5/2004 ਨੂੰ, ਜਦੋਂ ਕਿ 2004-05 ਦੇ ਵਿੱਚ ਇਹ ਥਾਣਾ ਹੀ ਹੈ ਨਹੀਂ ਸੀਗਾ, ਤੇ ਥਾਣਾ ਜਿਹੜਾ ਉਹ 2010 ਦੇ ਵਿੱਚ ਬਣਦਾ। ਆ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਜਿਹਦੇ ਮੁਤਾਬਕ ਇਹ ਥਾਣਾ ਅਪਰੂਵ ਹੁੰਦਾ। ਉਦੋਂ ਜਿਹੜੀ ਇਹ ਥਾਣਾ ਹੀ ਹੈ ਨਹੀਂ ਸੀ। ਜਦੋਂ ਥਾਣਾ ਹੀ ਹੈ ਨਹੀਂ ਤਾਂ ਫਿਰ ਉਹਨੂੰ SHO ਕਿਵੇਂ ਲਾਇਆ ਜਾ ਸਕਦਾ? ਜਦੋਂ ਮੈਂ ਇਹ ਪੁੱਛਿਆ RTI ਦੇ ਵਿੱਚ SSP ਤੋਂ ਕਿ ਵੀ ਇਹਨੂੰ ਕਿਹੜੇ ਹੁਕਮਾਂ ਨਾਲ SHO ਲਾਇਆ, ਵੀ ਉਹ ਹੁਕਮ ਦੀ ਕਾਪੀ ਦਿਓ, ਤਾਂ ਉਹ ਕਹਿੰਦੇ ਜੀ ਉਸ ਟਾਈਮ ਦੇ SSP ਨੇ ਜਵਾਨੀ ਹੁਕਮਾਂ ਦੇ ਉੱਤੇ SHO ਲਾਇਆ ਸੀਗਾ, ਜਦੋਂ ਕਿ ਉਹ ਇੱਕ ASI ਆ। ਭਾਵ ਇਹ ਜਾਲੀ SHO ਲੱਗਿਆ ਹੋਇਆ ਸੀਗਾ। ਇਹਨੇ ਬਹੁਤ ਸਾਰੇ ਗਲਤ ਕੰਮ ਇੱਥੇ ਕੀਤੇ ਕਰਦਾ ਸੀ। ਇਹ ਲੋਕਾਂ ਤੋਂ ਪੈਸੇ ਕਮਾਉਂਦਾ ਸੀ, ਜ਼ਮੀਨਾਂ ਬਣਾਉਂਦਾ ਸੀ, ਤੇ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਵਾ ਉਹ ਸਾਡੇ ਕੋਲੇ ਆਈਆਂ ਸੀਗੀਆਂ। ਇਹਨਾਂ ਸ਼ਿਕਾਇਤਾਂ ਨੂੰ ਲੈ ਕੇ ਜਦੋਂ ਅਸੀਂ ਇਹਦੀ ਸ਼ਿਕਾਇਤ ਕੀਤੀ, ਸਰਕਾਰੀ ਦਰਬਾਰੇ ਇਹਦੀ ਆਵਾਜ਼ ਪਹੁੰਚਾਈ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ, ਤਾਂ ਇਹ ਸਾਡੇ ਨਾਲ ਖਾਰ ਖਾਣ ਲੱਗ ਗਿਆ। ਸਿੱਟੇ ਵਜੋਂ ਇਹਨੇ ਇੱਕ ਸੁਸਾਈਡ ਦੇ ਕੇਸ ਨੂੰ ਮਰਡਰ ਦੇ ਵਿੱਚ ਤਬਦੀਲ ਕੀਤਾ। ਰਸਤੇ ਦੇ ਵਿੱਚ ਮੇਰੀ ਭਤੀਜੀ ਸੀਗੀ, 14-15 ਸਾਲ ਦੀ ਸੀ, 10ਵੀਂ ਦੇ ਵਿੱਚ ਪੜ੍ਹਦੀ ਸੀ। 10ਵੀਂ ਦੇ ਵਿੱਚ ਉਦੋਂ ਬਹੁਤ ਵਧੀਆ ਨੰਬਰ ਆਏ ਸੀਗੇ। ਉਹਨੂੰ ਮੈਡੀਕਲ ਦੇ ਵਿੱਚ ਘਰਦਿਆਂ ਨੇ, ਭਰਾ ਭਰਜਾਈ ਨੇ ਦਾਖਲਾ ਦਿਵਾਤਾ, ਬਟ ਉਹ ਨਹੀਂ ਅੱਗੇ ਚੱਲ ਸਕੀ। ਅਲਟੀਮੇਟਲੀ ਉਹ ਮੈਂਟਲੀ ਅਪਸੈਟ ਹੋਣ ਕਰਕੇ 31/7/2004 ਨੂੰ ਘਰ ਦੇ ਵਿੱਚ ਸੁਸਾਈਡ ਕਰ ਗਈ। 31/7/2004 ਨੂੰ ਸ਼ਹੀਦ ਊਧਮ ਸਿੰਘ ਦੀ ਛੁੱਟੀ ਹੁੰਦੀ ਆ, ਤੇ ਉਸ ਟਾਈਮ ਘਰ ਦੇ ਵਿੱਚ ਸਾਰਾ ਪਰਿਵਾਰ ਆ, ਜਿਹੜਾ ਬੱਚੇ ਦੋਨੇ ਛੋਟੇ, ਉਹਦੇ ਭਰਾ, ਉਹ ਘਰ ਦੇ ਵਿੱਚ ਹਾਜ਼ਰ ਸੀ। ਜਦੋਂ ਇਹ ਘਟਨਾ ਵਾਪਰਦੀ ਆ ਤਾਂ ਉਸ ਟਾਈਮ ਮਹੱਲੇ ਦੇ ਸਾਰੇ ਲੋਕ ਇਕੱਠੇ ਹੋਏ ਮੌਕੇ ਦੇ ਉੱਤੇ। ਇਹ ਵੀ ਆਏ ਮੌਕੇ ਦਾ, ਜਿਹੜਾ DSP SB ਉਹ ਸਾਰੇ ਅਫਸਰ ਆਏ, ਆਪਣੇ CIA ਸਟਾਫ ਦੇ ਇੰਚਾਰਜ ਉਸ ਟਾਈਮ ਦੇ ਪ੍ਰਿਥੀਪਾਲ ਸਿੰਘ ਉਹ ਵੀ ਆਏ। ਈਵਨ ਦੈਨ ਉਸ ਟਾਈਮ ਦੀਆਂ ਜਿਹੜੀਆਂ ਖਬਰਾਂ ਲੱਗੀਆਂ ਵਾ ਉਹਦੇ ਵਿੱਚ ਇਹ ਗੱਲ ਸਾਫ਼ ਲਿਖੀ ਹੋਈ ਆ ਕਿ ਜਿਹੜੀ ਲਾਸ਼ ਆ ਉਹ ਪੱਖੇ ਦੇ ਨਾਲ ਲਟਕ ਰਹੀ ਆ, ਭਾਵ ਲੜਕੀ ਨੇ ਪੱਖੇ ਦੇ ਨਾਲ ਫਾਹਾ ਲਿਆ ਵਾ। ਪਰ ਇਸ SHO ਨੇ ਇੱਕ ਸਾਜ਼ਿਸ਼ ਤਹਿਤ ਪੱਖੇ ਦੀ ਜਿਹੜਾ ਪੱਖੇ ਤੋਂ ਲੈ ਕੇ ਬੈੱਡ ਤੱਕ ਦੀ ਕਹਾਣੀ ਨੂੰ ਕੰਸੀਲ ਕਰਕੇ, ਲੁਕਾਉਂਦੇ ਹੋਏ ਬੈੱਡ ਤੋਂ ਕਹਾਣੀ ਸ਼ੁਰੂ ਕੀਤੀ ਕਿ ਇਹਨਾਂ ਨੇ ਕਤਲ ਖੁਦ ਕੀਤਾ ਵਾ। ਇਹ 1 ਸਾਲ ਬਾਅਦ 2 ਫਰਜ਼ੀ ਗਵਾਹ ਬਣਾਏ, ਇੱਕ ਮੇਰੇ ਪਿੰਡ ਤੋਂ 40 ਕਿਲੋਮੀਟਰ ਦੂਰ ਪਿੰਡ ਦਾ ਸਰਪੰਚ, ਤੇ ਇੱਕ ਉਹਦਾ ਹੀ ਮੈਂਬਰ ਜਿਹਦੇ ਘਰੇ ਚੌਂਕੀ ਇੰਚਾਰਜ ਕਿਰਾਏ ਤੇ ਰਹਿੰਦਾ ਸੀ। ਉਹ ਸਰਪੰਚ ਕਹਿੰਦਾ ਵਾ, ਸਰਪੰਚ ਦੀ ਗਵਾਹੀ ਇਹ ਫਰਜ਼ੀ ਤੌਰ ਤੇ ਲਿਖੀ ਗਈ ਕਿ ਵੀ ਅੱਜ 1 ਸਾਲ ਬਾਅਦ ਮੈਂ ਇਕਬਾਲ ਸਿੰਘ ਨੂੰ ਪੇਸ਼ ਕਰ ਰਿਹਾ ਵਾਂ, ਤੇ ਇਕਬਾਲ ਸਿੰਘ ਨੇ ਜਿਹੜਾ ਸਾਲ ਪਹਿਲਾਂ ਇਹ ਕਤਲ ਹੋਇਆ ਸੀ, ਇਕਬਾਲ ਸਿੰਘ ਨੇ ਮੰਨਿਆ ਕਿ ਇਹ ਮੈਂ ਕੀਤਾ ਸੀ। ਜਦੋਂ ਕਿ ਜਿਹੜਾ ਉਹਦੇ ਨਾਲ ਮੈਂਬਰ ਪੰਚਾਇਤ ਆ ਉਹ ਕਹਿੰਦਾ ਵਾ ਕਿ ਸਾਲ ਪਹਿਲਾਂ ਜਿਹੜਾ ਕਤਲ ਹੋਇਆ ਸੀ ਉਹ ਤੜਕੇ 5:30-6 ਵਜੇ ਮੈਂ ਇਹਨਾਂ ਦੇ ਘਰ ਦੇ, ਉਸ ਘਰ ਦੇ ਮੂਹਰ ਦੀ ਗਲੀ ਦੇ ਵਿੱਚ ਦੀ ਲੰਘਿਆ ਜਾਂਦਾ ਸੀ, ਤੇ ਦਰਵਾਜ਼ਾ ਖੁੱਲ੍ਹਾ ਸੀ, ਤੇ ਇਹ ਦਿਓਰ ਭਰਜਾਈ ਖੜੇ ਵਿਹੜੇ ਦੇ ਵਿੱਚ ਉੱਚੀ ਉੱਚੀ ਗੱਲਾਂ ਕਰਦੇ ਸੀ ਕਿ ਅੱਜ ਮੈਂ ਤੇਰੇ ਵੀਰੇ ਨੂੰ ਘਰੋਂ ਲੈ ਜਾਊਂਗੀ, ਤੇ ਤੂੰ ਮੈਥੋਂ ਸਾਡੇ ਜਾਣ ਤੋਂ ਬਾਅਦ ਕੁੜੀ ਦਾ ਕਤਲ ਕਰਤੀ। ਜਦੋਂ ਕਿ ਉਸ ਘਰ ਦੇ ਵਿੱਚ ਉਸ ਟਾਈਮ 7 ਜੀ ਹੋਰ ਤੜਕੇ ਸੁੱਤੇ ਪਏ ਆ। ਉਹਦੇ ਮੁਤਾਬਕ ਸੱਚ ਤਾਂ ਇਹ ਆ ਵੀ ਮੈਂ ਉੱਥੇ ਹੈ ਹੀ ਨਹੀਂ ਸੀ 6:30 ਵਜੇ, ਮੈਂ ਆਪਣੇ ਪਿੰਡ ਸੀ। ਇਹ ਜਗਰਾਉਂ ਦੀ ਗੱਲ ਆ, ਪਰ ਉਹਨੇ ਫਰਜ਼ੀ ਤੌਰ ਤੇ ਲਿਖਿਆ ਕਿ ਬਾਕੀ ਸਾਰਾ ਪਰਿਵਾਰ ਅੰਦਰ ਸੁੱਤਾ ਪਿਆ, ਉਹਨਾਂ ਨੂੰ ਨਹੀਂ ਕਿਸੇ ਨੇ ਸੁਣਿਆ ਕਿ ਬਾਹਰ ਵਿਹੜੇ ਦੇ ਵਿੱਚ ਦਿਓਰ ਭਰਜਾਈ ਉੱਚੀ ਉੱਚੀ ਗੱਲਾਂ ਕਰਦੇ ਆ। ਇਹਨੂੰ ਤੁਰੇ ਜਾਂਦੇ ਬੰਦੇ ਨੂੰ ਗਲੀ ਦੇ ਵਿੱਚ ਸੁਣ ਗਿਆ। ਮੁੱਕਦੀ ਗੱਲ ਕਿ ਇਹਨੇ ਇਹ ਫਰਜ਼ੀ ਤੌਰ ਤੇ 2 ਗਵਾਹ ਫਰਜ਼ੀ ਬਣਾਏ ਆ। ਮੇਰੇ ਭਰਾ ਭਰਜਾਈ ਨੂੰ ਇਸ ਗੱਲ ਦਾ ਸਾਫ਼ ਸੀਗੀ ਗੱਲ ਕਿ ਜਿਹੜੇ ਇਹ ਪੋਲੀਟੀਕਲ ਰੰਜਿਸ਼ ਦੇ ਵਿੱਚ ਫਰਜ਼ੀ ਤੌਰ ਦੇ ਉੱਤੇ ਇਹ ਕੇਸ ਬਣਾਇਆ ਜਾ ਰਿਹਾ ਵਾ। ਜਿਹੜੀ 31/7/2004 ਨੂੰ ਇਹ ਗੁੜੀਆ ਸਾਡੀ ਸੁਸਾਈਡ ਕਰ ਜਾਂਦੀ ਆ, ਉਹਦੀ ਮੌਤ ਹੋ ਜਾਂਦੀ ਆ। ਉਸ ਤੋਂ ਬਾਅਦ ਕਰੀਬ 1 ਸਾਲ ਪੁਲਿਸ ਇਸ ਕੇਸ ਨੂੰ ਸਾਇਲੈਂਟ ਰੱਖਦੀ ਆ, ਕਾਗਜ਼ਾਂ 'ਚ ਰੱਖਦੀ ਆ। ਉਸ ਤੋਂ ਬਾਅਦ 14/7/2005 ਨੂੰ
ਲਗਭਗ ਸਾਲ 11 ਮਹੀਨੇ ਕਹਿ ਸਕਦੇ ਹਾਂ ਬਾਅਦ ਮੌਕੇ ਦਾ ਇਹ ਆਪਣੇ ਆਪ ਨੂੰ SHO ਕਹਾਉਂਦਾ SHO ਗੁਰਿੰਦਰ ਸਿੰਘ ਬੱਲ, ਉਹਦੇ ਨਾਲ ASI ਰਾਜਵੀਰ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ, ਉਹ ਰਾਤ ਨੂੰ ਘਰ ਰਸੂਲਪੁਰ ਆਉਂਦੇ ਆ। ਮੈਂ ਘਰ ਨੀਗਾ, ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੀ ਇਹ ਛੋਟੀ ਭੈਣ ਕੁਲਵੰਤ ਤੇ ਮਾਤਾ ਨੂੰ ਘਰੋਂ ਚੱਕ ਕੇ ਲੈ ਜਾਂਦੇ ਆ ਤੇ ਰਾਤ ਨੂੰ ਥਾਣਾ ਸਿਟੀ ਦੇ ਵਿੱਚ ਲਿਆ ਕੇ ਅੰਨਾ ਤਸ਼ੱਦਦ ਕਰਦੇ ਆ, ਕੁੱਟਮਾਰ ਕਰਦੇ ਆ। ਇਹਦਾ ਜਿਹੜਾ ਮਤਲਬ ਤੁਸੀਂ ਐਂ ਸਮਝ ਲਓ ਵੀ ਰਾਤ ਦਾ ਵੇਲਾ ਹੋਵੇ 12-1 ਵਜੇ ਦਾ, ਇੱਕ ਨੌਜਵਾਨ 19-20 ਸਾਲਾਂ ਦੀ ਲੜਕੀ ਤੇ ਇੱਕ ਬਿਰਧ ਮਾਤਾ ਉਹਨਾਂ ਦੇ ਸਾਹਮਣੇ ਹੋਵੇ ਤੇ ਨਸ਼ੇ ਦੀ ਹਾਲਤ ਦੇ ਵਿੱਚ 8-10 ਪੁਲਿਸ ਮੁਲਾਜ਼ਮ ਹੋਣ ਤੇ ਫਿਰ ਕੀ ਵਾਪਰੂਗਾ। ਬਸ ਐਂ ਕਹਿ ਲਓ ਬਈ ਭੇੜੀਆਂ ਦੇ ਸਾਹਮਣੇ ਜੰਗਲ ਦੇ ਵਿੱਚ ਇੱਕ ਕਾਲੀ ਗੋਲੀ ਰਾਤ ਦੇ ਵਿੱਚ ਇੱਕ ਮਾਸੂਮ ਜਾਨਵਰ ਉਹਨਾਂ ਦੇ ਹੱਥ ਆ ਗਿਆ ਵਾ, ਭੇੜੀਆਂ ਦੇ ਸਾਹਮਣੇ ਉਹ ਹਾਲਤ ਸੀ। ਇੰਨਾ ਕਰੰਟ ਲਾਇਆ ਰਾਤ ਨੂੰ ਕਿ ਇਹ ਕੁੜੀ ਸਾਡੀ 100% ਨਕਾਰਾ ਹੋਈ, ਹੁਣ ਮੰਜੇ ਤੇ ਪਈ ਆ, ਉਹਦੇ ਸਰੀਰ ਦੀਆਂ ਸਾਰੀਆਂ ਨਾੜਾਂ ਮਰ ਗਈਆਂ। ਮਤਲਬ ਉਹ ਜ਼ਖਮ ਮੇਰੇ ਤਾਜ਼ੇ ਹੋ ਜਾਂਦੇ ਆ ਜਦੋਂ ਮੇਰੀ ਇੰਟਰਵਿਊ ਹੁੰਦੀ ਆ। ਬਸ ਫਿਰ ਮੈਂ ਉਹ ਹਾਲਾਤਾਂ 'ਚ ਚਲੀ ਜਾਂਦੀ ਜੋ ਅੱਜ ਤੋਂ ਪੂਰੇ ਬੋਡੀ ਤੇ, ਅੰਗਾਂ ਤੇ, ਹੱਥਾਂ ਪੈਰਾਂ ਤੇ, ਸਿਰ ਤੇ ਉਸ ਵਕਤ ਮੇਰੇ ਮਾਈਂਡ ਵਿੱਚ ਖਿਆਲ ਆਉਂਦੇ ਸੀਗੇ ਵੀ ਜਦੋਂ ਦੂਜੇ ਦਿਨ ਪੰਚਾਇਤ ਛੁਡਾ ਕੇ ਲਈ, ਮਤਲਬ ਇੰਨਾ ਤਰਾ ਚੜਾਉਂਦਾ ਸੀ ਵੀ ਕੁਛ ਖੁਦਕੁਸ਼ੀ ਕਰ ਲਾਂ, ਕੁਛ ਖਾ ਕੇ ਮਰ ਜਾ। ਪਰ ਮੈਨੂੰ ਫਿਰ ਵੀ ਮੈਂ ਆਪਦੇ ਦਿਮਾਗ ਨੂੰ ਸੈੱਟ ਕਰਕੇ ਥੋੜਾ ਹੌਸਲਾ ਦੇ ਕੇ ਵੀ ਨਾ, ਮੇਰਾ ਘਰ ਬਰਬਾਦ ਹੋ ਜਾਣਾ, ਮੇਰੀ ਮਾਂ ਰੁਲ ਜਾਣੀ, ਘਰ ਉੱਜੜ ਜਾਣਾ ਵਾ। ਪੁਲਿਸ ਇੱਕੋ ਹੀ ਗੱਲ ਪੁੱਛ ਰਹੀ ਸੀ ਕਿ ਤੇਰਾ ਭਰਾ ਕਿੱਥੇ ਆ ਤੇ ਜਿਹੜਾ ਕਤਲ ਆ ਉਹਦੇ ਵਿੱਚ ਤੈਨੂੰ ਕੀ ਜਾਣਕਾਰੀ ਆ, ਜਦੋਂ ਕਿ ਨਾ ਉਹਨੂੰ ਵਿਚਾਰੀ ਨੂੰ ਕਤਲ ਦਾ ਪਤਾ, ਨਾ ਉਹਨੂੰ ਇਹ ਪਤਾ ਵੀ ਮੇਰੇ ਭਰਾ ਨੇ ਕਿਹੜਾ ਕਤਲ ਕੀਤਾ ਤੇ ਨਾ ਉਹਨੂੰ ਇਹ ਪਤਾ ਵੀ ਮੇਰਾ ਭਰਾ ਕਿੱਥੇ ਆ। ਦੂਜੇ ਦਿਨ ਫਿਰ ਪਿੰਡ ਦੀ ਜਿਹੜੀ ਪੰਚਾਇਤ ਆ, ਮੋਹਤਬਰ ਲੋਕ ਆ, ਉਹ ਇਹਨਾਂ ਮਾਤਾ ਨੂੰ ਤੇ ਭੈਣ ਨੂੰ ਛਡਾ ਲਿਆਉਂਦੇ ਆ ਇਸ ਸ਼ਰਤ ਤੇ ਕਿ ਅਸੀਂ ਇਕਬਾਲ ਨੂੰ ਪੇਸ਼ ਕਰ ਦਿੰਦੇ ਆ। ਤੇ ਕੁਝ ਦਿਨਾਂ ਬਾਅਦ ਜਾਣੀ ਦੀ 21/7/2005 ਨੂੰ ਮੈਨੂੰ ਪੇਸ਼ ਕੀਤਾ ਜਾਂਦਾ। ਹਫ਼ਤੇ ਬਾਅਦ ਦੂਜੇ ਤੀਜੇ ਦਿਨ ਇਹਨਾਂ ਨੂੰ ਲੈ ਆਏ, ਹਫ਼ਤੇ ਬਾਅਦ ਮੈਨੂੰ ਪੇਸ਼ ਕਰ ਦਿੱਤਾ ਗਿਆ ਤੇ ਮੈਨੂੰ SHO ਨੇ ਨਜਾਇਜ਼ ਹਿਰਾਸਤ ਵਿੱਚ ਰੱਖਿਆ। ਰਾਤ ਨੂੰ ਅਤਿਆਚਾਰ ਕੁੱਟਮਾਰ ਕਰਨ ਤੋਂ ਬਾਅਦ ਦੂਜੇ ਦਿਨ 22 ਤਰੀਕ ਦੇ ਵਿੱਚ ਮੇਰੀ ਗ੍ਰਿਫਤਾਰੀ ਦਿਖਾਤੀ। ਥਾਣੇ ਦਾ ਜਿਹੜਾ ਚਲਾਨ ਹੁੰਦਾ ਉਹਦੀ ਕਾਪੀ ਆ, ਚਲਾਨ ਦਾ ਪਹਿਲਾ ਪੇਜ, ਜਿਹਦੇ ਵਿੱਚ ਜਿਹੜੀ ਮੇਰੀ ਗ੍ਰਿਫਤਾਰੀ ਆ ਉਹ ਇਹ ਗੁਰਿੰਦਰ ਸਿੰਘ ਬੱਲ ਜਿਹੜਾ ਆਪਣੇ ਆਪ ਨੂੰ SHO ਕਹਿੰਦਾ, ਉਹਨੇ 22/7/2005 ਦੇ ਵਿੱਚ ਦਿਖਾਈ ਆ। ਮੇਰਾ ਨਾਂ ਇਕਬਾਲ ਸਿੰਘ ਪੁੱਤਰ ਮਲਕੀਤ ਸਿੰਘ, ਇਹਨੇ 22/7 ਦੇ ਵਿੱਚ ਗ੍ਰਿਫਤਾਰੀ ਮੇਰੀ ਦਿਖਾਈ ਆ ਇਸ ਮੇਰੇ 240 ਨੰਬਰ ਮੁਕੱਦਮੇ ਦੇ ਵਿੱਚ, ਜਾਣੀ ਦੀ 302 ਦੇ ਅਧੀਨ ਜਿਹੜਾ ਕਤਲ ਦਾ ਮੇਰੇ ਤੇ ਝੂਠਾ ਕੇਸ ਨੇ ਪਾਇਆ। ਜਦੋਂ ਕਿ ਇਹ ਮੇਰੀ ਜਿਹੜੀ ਅਸਲੀ ਗ੍ਰਿਫਤਾਰੀ ਆ ਉਹ ਇੱਕ ਦਿਨ ਪਹਿਲਾਂ 21 ਤਰੀਕ ਦੀ ਆ, 21/7/2005 ਆ, 21/7/2005 ਤਰੀਕ ਆ। ਇਹ ਜਿਹੜਾ ਇਹਨੇ ਝੂਠਾ ਗਵਾਹ ਬਣਾਇਆ ਹਰਜੀਤ ਸਿੰਘ, ਇਹ ਉਹਦਾ ਬਿਆਨ ਆ ਵਿਜੀਲੈਂਸ ਦੇ DSP ਬਨਾਰਸੀ ਦਾਸ ਕੋਲੇ। ਉਹਦੇ ਕੋਲੇ ਉਹ ਕਹਿ ਰਿਹਾ ਵੀ ਮੈਨੂੰ 21 ਤਰੀਕ ਨੂੰ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀਗਾ, ਜਾਣੀ ਦੀ ਸੱਚੀ ਗੱਲ ਕਹਿ ਰਿਹਾ, ਜਦੋਂ ਕਿ ਕੋਰਟ ਦੇ ਵਿੱਚ ਥਾਣੇਦਾਰ ਵੀ ਤੇ ਇਹ ਗਵਾਹ ਵੀ ਝੂਠੀ ਗਵਾਹੀ ਦੇ ਰਿਹਾ ਕਿ ਵੀ 22 ਤਰੀਕ ਦੇ ਵਿੱਚ ਗ੍ਰਿਫਤਾਰੀ ਪਾਈ ਸੀਗੀ। ਜਾਣੀ ਦੀ ਇਹਨੇ ਗ੍ਰਿਫਤਾਰੀ ਇਹ ਸਰਪੰਚ ਆਪ ਦੇ ਦੋਸਤ ਦੇ ਰਾਹੀਂ 22 ਤਰੀਕ ਦੇ ਵਿੱਚ ਦਿਖਾਈ। ਇਹ ਤੋਂ ਬਿਨਾਂ ਇਹ ਗੁਰਿੰਦਰ ਸਿੰਘ ਦਾ ਆਪ ਦਾ SI ਆਪਦੇ ਆਪ ਨੂੰ SI SHO ਜਿਹੜਾ ਕਹਿੰਦਾ ਗੁਰਿੰਦਰ ਸਿੰਘ ਬੱਲ, ਉਹਦਾ ਆਪ ਦਾ ਬਿਆਨ ਆ, ਆਪਦੇ ਸਾਈਨ ਆ। ਇਹ ਇੰਸਪੈਕਟਰ ਮਨਜੀਤ ਸਿੰਘ ਵਿਜੀਲੈਂਸ ਕੋਲੇ ਆ, ਇਹ ਖੁਦ ਵੀ ਆਪ ਦਾ ਇਕਬਾਲ ਕਰ ਰਿਹਾ ਕਿ ਅਸੀਂ ਇਕਬਾਲ ਸਿੰਘ ਨੂੰ 21 ਤਰੀਕ ਨੂੰ ਗ੍ਰਿਫਤਾਰ ਕੀਤਾ, ਠੀਕ ਹੈ ਨਾ। ਜਦੋਂ ਕਿ ਸੱਚ ਇਹੀ ਹੈ ਵੀ 21 ਤਰੀਕ ਨੂੰ ਕੀਤਾ, ਪਰ ਇਹਨਾਂ ਨੇ 21 ਤਰੀਕ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਅਤਿਆਚਾਰ ਕੁੱਟਮਾਰ ਕਰਨ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਦਿਖਾਈ ਉਹ ਦਿਖਾਈ ਇਹਨਾਂ ਨੇ 22 ਤਰੀਕ ਦੇ ਵਿੱਚ, ਜਾਣ ਬੁੱਝ ਕੇ ਝੂਠੀ ਜਿਹੜੀ ਗ੍ਰਿਫਤਾਰੀ ਮਤਲਬ ਦਿਖਾਈ, ਇਹ ਜਿਹੜੀ ਝੂਠੀ ਦਿਖਾਈ। ਇੱਕ ਦਿਨ ਪਹਿਲਾਂ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਦੂਜੇ ਦਿਨ ਦੇ ਵਿੱਚ ਗ੍ਰਿਫਤਾਰੀ ਦਿਖਾਈ। ਇਸ ਤਰ੍ਹਾਂ ਦਾ ਜਿਹੜਾ ਝੂਠ ਆ ਇਹਨਾਂ ਨੇ ਇਹ ਮਾਰਿਆ। ਫਿਰ ਇਸ ਥਾਣੇਦਾਰ ਨੇ ਇਹਨਾਂ ਫਰਜ਼ੀ ਰਿਕਾਰਡ ਦੇਣ ਦੇ ਸੰਬੰਧ ਵਿੱਚ ਸੂਚਨਾ ਕਮਿਸ਼ਨ ਤੋਂ ਮਾਫੀ ਮੰਗੀ, ਮਾਫੀਨਾਮਾ ਉੱਤੇ ਲਿਖ ਕੇ ਦਿੱਤਾ। ਗ੍ਰਿਫਤਾਰੀ ਤੇ ਘਟਨਾ ਦੇ ਵਿੱਚ 1 ਸਾਲ ਦਾ ਵਕਬਾ, ਸਾਲ ਬਾਅਦ ਇਹ ਗ੍ਰਿਫਤਾਰੀ ਦਿਖਾਈ ਗਈ, ਪਾਈ ਗਈ। ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ 90 ਦਿਨ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ।
ਚਲਾਨ ਦੇ ਵਿੱਚ ਬਹੁਤ ਕੁਝ ਫਰਜ਼ੀ ਤੇ ਝੂਠਾ ਬਣਾਇਆ ਗਿਆ। ਉਸ ਤੋਂ ਬਾਅਦ 3 ਸਾਲ ਮੈਂ ਜੇਲ੍ਹ ਦੇ ਵਿੱਚ ਰਿਹਾ। 3 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਮੈਂ ਸਾਰੇ ਕਾਨੂੰਨ ਕਿਤਾਬਾਂ ਪੜ੍ਹੀਆਂ ਤੇ ਪੜ੍ਹ ਕੇ ਉਸ ਝੂਠ ਨੂੰ RTI ਐਕਟ ਵਿੱਚ ਚਿੱਠੀਆਂ ਲਿਖ ਕੇ ਨੰਗਾ ਕੀਤਾ। ਕੋਈ 10-12 ਹਜ਼ਾਰ ਚਿੱਠੀਆਂ ਜੇਲ੍ਹ ਦੇ ਵਿੱਚ ਬੈਠ ਕੇ ਲਿਖੀਆਂ, ਕੁਝ ਬਾਹਰ ਆ ਕੇ ਲਿਖੀਆਂ। ਕੁੱਲ ਅੱਜ ਤੱਕ ਕੋਈ 30-35 ਹਜ਼ਾਰ ਚਿੱਠੀਆਂ ਮੈਂ ਲਿਖੀਆਂ, ਜਿਨ੍ਹਾਂ ਚਿੱਠੀਆਂ ਦੇ ਰਾਹੀਂ ਪੁਲਿਸ ਦਾ ਜਿਹੜਾ ਇਹ ਸਾਰਾ ਝੂਠ ਨੰਗਾ ਹੋਇਆ, ਜਿਹਦੇ ਵਿੱਚ ਮੇਰੇ ਫਾਦਰ ਸਾਹਿਬ ਮਾਸਟਰ ਮਲਕੀਤ ਸਿੰਘ ਦੀ ਹਾਜ਼ਰੀ ਇਹ ਚਲਾਨ ਦੇ ਵਿੱਚ ਲਿਖਿਆ SHO ਨੇ ਕਿ ਬਈ ਮਲਕੀਤ ਸਿੰਘ ਦੀ ਹਾਜ਼ਰੀ ਦੇ ਵਿੱਚ ਅੱਜ 22/7/2005 ਨੂੰ ਮੈਂ ਉਹ ਪਰਨਾ ਕੱਢ ਕੇ ਬਰਾਮਦ ਕਰਾਇਆ ਪੁਲਿਸ ਨੂੰ ਘਰੋਂ, ਜਿਹਦੇ ਨਾਲ ਮੈਂ ਕਤਲ ਕੀਤਾ ਸੀ। ਜਦੋਂ ਕਿ ਨਾ ਮੈਂ ਕੋਈ ਪਰਨਾ ਬਰਾਮਦ ਕਰਾਇਆ, ਨਾ ਮੇਰੇ ਪੁਲਿਸ ਘਰੇ ਗਈ 22 ਤਰੀਕ ਨੂੰ। ਮੈਂ ਤਾਂ 21 ਤਰੀਕ ਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਲਰੇਡੀ ਹੈਗਾ ਵਾਂ। ਤੇ ਮੇਰੇ ਪਿਤਾ ਮਲਕੀਤ ਸਿੰਘ, ਜਿਨ੍ਹਾਂ ਦੀ ਮੌਤ 11 ਸਾਲ ਪਹਿਲਾਂ 1994 ਦੇ ਵਿੱਚ ਆਲਰੇਡੀ ਹੋ ਚੁੱਕੀ ਆ, ਉਹ ਪੁਲਿਸ ਹੀ ਉਹਨਾਂ ਨੂੰ ਕਾਗਜ਼ਾਂ ਦੇ ਵਿੱਚ ਸੁਰਗਾਂ 'ਚੋਂ ਲੈ ਆਈ ਆ ਤੇ ਉਹਨਾਂ ਦੇ ਦਸਤਖਤ ਵੀ ਆਪ ਹੀ ਕਰ ਲਏ, ਗਵਾਹੀ ਵੀ ਆਪ ਹੀ ਪਾ ਲਈ, ਬਿਆਨ ਵੀ ਆਪ ਹੀ ਲਿਖ ਲਿਆ, ਸਾਰਾ ਕੁਝ ਫਰਜ਼ੀ ਬਣਾ ਲਿਆ। 3 ਸਾਲਾਂ ਬਾਅਦ ਜ਼ਮਾਨਤ ਹੋਈ 3/12/2007 ਨੂੰ। ਉਸ ਤੋਂ ਬਾਅਦ 2012 ਦੇ ਵਿੱਚ 28/3/2012 ਨੂੰ ਮੈਂ ਅਦਾਲਤ ਵਿੱਚੋਂ ਬਰੀ ਹੋਇਆ, ਸੈਸ਼ਨ ਕੋਰਟ ਲੁਧਿਆਣੇ ਤੋਂ। ਉਸ ਤੋਂ ਬਾਅਦ ਇਹ ਫਿਰ ਸਾਰਾ ਜਿਹੜਾ ਰਿਕਾਰਡ ਸੀਗਾ ਜਾਲੀ ਬਣਾਇਆ ਹੋਇਆ ਨੇ, ਜਿਹੜੇ ਕਿ ਮੈਂ ਨਜਾਇਜ਼ 10 ਸਾਲ 22 ਤਰੀਕ ਦੀ ਗ੍ਰਿਫਤਾਰੀ ਦੇ ਵਿੱਚ ਝੂਠਾ ਹੀ ਕੇਸ ਸਾਡੇ ਤੇ ਚੱਲਿਆ। ਨਾ ਕਤਲ ਹੋਇਆ, ਨਾ ਥਾਣਾ ਸੀ, ਨਾ ਥਾਣੇਦਾਰ ਸੀ, ਤੇ ਨਾ ਹੀ ਕੋਈ ਰੇਡ ਹੋਈ, ਨਾ ਕੋਈ ਗਵਾਹ ਸੀ। ਫਿਰ ਵੀ ਇਹ 10 ਸਾਲ ਝੂਠਾ ਮੁਕੱਦਮਾ ਜਿਹੜਾ ਚੱਲਦਾ ਰਿਹਾ। ਇਹ ਜਿਹੜਾ ਸਾਰਾ ਰਿਕਾਰਡ ਮੈਂ ਇਕੱਠਾ ਕੀਤਾ ਹੋਇਆ ਸੀਗਾ RTI ਦੇ ਵਿੱਚ, ਇਹਨਾਂ ਹੀ ਪੁਲਿਸ ਦੇ ਦਫ਼ਤਰਾਂ ਤੋਂ, ਉਹ ਰਿਕਾਰਡ ਲੈ ਕੇ ਫਿਰ ਮੈਂ ਇਸ ਥਾਣੇਦਾਰ ਦੇ ਉੱਤੇ ਕਾਰਵਾਈ ਵਾਸਤੇ 2015 ਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦਿੱਲੀ ਪਹੁੰਚ ਕੀਤੀ, SC ਕਮਿਸ਼ਨ ਦਿੱਲੀ ਪਹੁੰਚ ਕੀਤੀ। ਰਾਜ ਕੁਮਾਰ ਵੇਰਕਾ ਉਦੋਂ ਵਾਈਸ ਚੇਅਰਮੈਨ ਸੀਗੇ ਨੈਸ਼ਨਲ ਕਮਿਸ਼ਨ SC ਕਮਿਸ਼ਨ ਦੇ, ਉਹਨਾਂ ਕੋਲੇ ਪਹੁੰਚ ਕੀਤੀ। ਉਹਨਾਂ ਨੇ ਇਨਕੁਆਇਰੀਆਂ ਮਾਰਕ ਕੀਤੀਆਂ, ਤਾਂ ਇੱਕ ਇਨਕੁਆਇਰੀ SC ਕਮਿਸ਼ਨ ਨੇ ਸ਼ੁਰੂ ਕਰ ਲਈ, ਦੂਜੀ ਇਨਕੁਆਇਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ DGP ਸਰਦਾਰ ਰਜਿੰਦਰ ਸਿੰਘ ਨੇ ਸ਼ੁਰੂ ਕੀਤੀ। ਉਹਨਾਂ ਨੇ ਵੀ ਟੀਮ ਬਣਾ ਕੇ ਦੀ ਪੜਤਾਲ ਕੀਤੀ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ। ਸਾਰਾ ਜਿਹੜਾ ਝੂਠ ਦਾ ਪਲੰਦਾ ਉਹਨਾਂ ਨੇ ਸਾਹਮਣੇ ਲਿਆਂਦਾ। ਕੋਈ 100 ਹੀਅਰਿੰਗਾਂ ਹੋਈਆਂ। ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਦੀ ਅੰਤਮ ਰਿਪੋਰਟ ਆ ਜਿਹੜੀ ਤੁਸੀਂ ਦੇਖੀ ਆ ਹੁਣ, ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਜਿਹੜਾ ਆ ਰਿਪੋਰਟ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵਾਂ, ਇਹ ਉਹਨਾਂ ਨੇ 15 ਪੇਜ ਦੀ ਫਿਰ ਇਹ ਰਿਪੋਰਟ ਤਿਆਰ ਕੀਤੀ। ਇਹ SHO ਜਿਹੜਾ ਜਾਲੀ SHO ਜਿਹਨੂੰ ਅਸੀਂ ਕਹਿੰਦੇ ਆ, ਉਹ ਆਪਣੇ ਨਾਲ ਆਪਦੇ ਗਨਮੈਨ ਰੱਖਦਾ ਸੀਗਾ, ਜਿਹਦੇ ਨਾਲ 5-7 ਗਨਮੈਨ ਹੁੰਦੇ ਸੀ, ਕਿਉਂਕਿ ਉਹ SHO ਕਹਿੰਦਾ ਸੀ ਆਪਣੇ ਆਪ ਨੂੰ। ਜਦੋਂ ਅਸੀਂ ਇਹਦੇ ਵਿੱਚ RTI ਦੇ ਵਿੱਚ ਰਿਕਾਰਡ ਮੰਗਿਆ ਕਿ ਉਹਨੂੰ ਕਿਹੜੇ ਗਨਮੈਨ ਤੁਸੀਂ 2004-05 ਦੇ ਵਿੱਚ ਦਿੱਤੇ ਸੀ, ਤਾਂ ਆਹ ਦੇਖੋ ਸਾਫ਼ SSP ਦਫ਼ਤਰ ਨੇ ਆ ਸਾਫ਼ ਲਿਖ ਕੇ ਭੇਜਿਆ ਕਿ ਰਿਕਾਰਡ ਦੇ ਮੁਤਾਬਕ ਉਹਨੂੰ ਅਸੀਂ ਕੋਈ ਗਨਮੈਨ ਨਹੀਂ ਦਿੱਤਾ। ਉਹਦੇ ਕੋਲ ਕੋਈ ਗਨਮੈਨ ਰੱਖਣ ਦੀ ਕੋਈ ਆਰਡਰ ਨਹੀਂ ਸੀਗਾ, ਕਿਉਂਕਿ ਉਹ SHO ਹੈ ਹੀ ਨਹੀਂ ਸੀਗਾ, ਇਸ ਕਰਕੇ ਉਹਦੇ ਕੋਲ ਗਨਮੈਨ ਨਹੀਂ ਸੀਗਾ। ਇਹਦੇ ਵਿੱਚ ਉਹਨਾਂ ਨੇ ਅਖੀਰ ਦੇ ਵਿੱਚ ਜਾ ਕੇ ਫਿਰ ਲਿਖਿਆ ਕਿ ਇਸ ਪਰਿਵਾਰ ਦੇ ਉੱਤੇ ਇੰਨਾ ਅਤਿਆਚਾਰ ਹੋ ਗਿਆ, ਇਹਨਾਂ ਦੀ ਮਾਨ ਸਨਮਾਨ ਨੂੰ ਇੰਨੀ ਢਾਹ ਲੱਗੀ ਹਰ ਪੱਖ ਤੋਂ, ਇਹਨਾਂ ਨੂੰ 5-5 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ, ਸਿਫਾਰਿਸ਼ ਕੀਤੀ ਉਹਨਾਂ ਨੇ, ਤੇ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਪਰ ਅੱਜ ਤੱਕ ਜਿਹੜੀ ਕਾਰਵਾਈ ਆ ਉਹ ਪੈਂਡਿੰਗ ਆ, ਜਾਣੀ ਦੀ ਨਹੀਂ ਹੋਈ। ਇਹ DGP ਰਜਿੰਦਰ ਸਿੰਘ ਜੀ ਨੇ ਇਸ ਬਦਲੇ ਦੇ ਵਿੱਚ ਕਿ ਵੀ ਮੈਂ ਖੁਦ ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀਗਾ ਪੜਤਾਲ ਦੇ ਤੌਰ ਤੇ, ਇਹ ਪੜਤਾਲ ਮੈਂ ਖੁਦ ਕੀਤੀ। ਇਹ DGP ਰਜਿੰਦਰ ਸਿੰਘ ਮਨੁੱਖੀ ਅਧਿਕਾਰ ਕਮਿਸ਼ਨ ਵਾਲਿਆਂ ਨੇ ਬਕਾਇਦਾ ਮੈਨੂੰ ਇੱਕ ਕਮੈਂਡੇਸ਼ਨ ਸਰਟੀਫਿਕੇਟ ਕਲਾਸ 1 ਕਹਿੰਦੇ ਪੰਜਾਬ ਪੁਲਿਸ ਰੂਲ ਦੀ ਧਾਰਾ 15.3A, ਉਹਦੇ ਤਹਿਤ ਉਸ ਪੁਲਿਸ ਅਫਸਰ ਨੂੰ ਦੇਣਾ ਹੁੰਦਾ ਵਾ DGP ਨੇ, ਜਿਹੜੇ ਪੁਲਿਸ ਅਫਸਰ ਨੇ ਬਹੁਤ ਵਧੀਆ ਕੰਮ ਕੀਤਾ ਹੁੰਦਾ ਵਾ। ਪਰ ਇਸ ਸਾਡੇ ਕੇਸ ਦੇ ਵਿੱਚ ਵਧੀਆ ਕੰਮ ਪੁਲਿਸ ਨੇ ਨਹੀਂ ਕੀਤਾ, ਉਹਨਾਂ ਤੇ ਤਾਂ ਉਹਨਾਂ ਨੇ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ, ਪਰ ਕਿਉਂਕਿ ਵਧੀਆ ਕੰਮ ਮੈਂ ਕੀਤਾ, ਭਾਵ ਹਰੇਕ ਚੀਜ਼ ਨੂੰ ਕੱਢ ਕੇ ਨੰਗਾ ਕੀਤਾ, ਉਹਨਾਂ ਨੇ ਫਿਰ ਇਹ ਮੈਨੂੰ ਸਨਮਾਨਿਤ ਕੀਤਾ ਇਹ ਕਮੈਂਡੇਸ਼ਨ ਸਰਟੀਫਿਕੇਟ ਕਲਾਸ 1 ਦੇ ਕੇ। ਅੱਜ ਤੱਕ ਮੇਰਾ ਖਿਆਲ ਆ ਵੀ ਕੋਈ 8-7
ਆਰਡਰ ਜਿਹੜੇ ਪਰਚਾ ਦਰਜ ਕਰਨ ਦੇ ਹੋ ਚੁੱਕੇ ਆ। ਤੇ ਸਾਡੇ ਜਿਹੜਾ ਇਹ ਤੀਜਾ ਥੰਮ ਮੰਨੇ ਜਾਂਦੇ ਜਣ ਦੀ ਮੀਡੀਆ ਨੇ ਅਨੇਕਾਂ ਅਖਬਾਰਾਂ ਦੇ ਵਿੱਚ ਤੇ ਟੈਲੀਵਿਜ਼ਨਾਂ ਦੇ ਉੱਤੇ ਸਾਡੀਆਂ ਖਬਰਾਂ ਚੱਲੀਆਂ। ਇਵੇਂ ਐਸਸੀ ਕਮਿਸ਼ਨ ਪੰਜਾਬ ਵਾਲਾ ਜਿਹੜਾ ਉਹ ਤੋਂ ਵੀ ਮੈਨੂੰ ਨਿਰਾਸ਼ਾ ਮਿਲੀ ਆ, ਕਿਉਂਕਿ ਐਸਸੀ ਕਮਿਸ਼ਨ ਆਪਦੇ ਹੁਕਮਾਂ ਨੂੰ ਲਾਗੂ ਨਹੀਂ ਕਰਵਾ ਸਕਿਆਗਾ। ਬਾਕੀ ਕਮਿਸ਼ਨਾਂ ਦਾ ਹਾਲ ਵੀ ਲਗਭਗ ਇਸ ਤਰ੍ਹਾਂ ਦਾ ਹੀ ਆ। ਇਹ ਮੇਰੀ ਭੈਣ ਡਿਸੇਬਲ ਹੋਣ ਕਰਕੇ ਜਿਹੜਾ ਅਪੰਗ ਵਿਅਕਤੀਆਂ ਬਾਰੇ ਕਮਿਸ਼ਨ ਬਣਿਆ ਹੋਇਆ ਪੰਜਾਬ ਦਾ, ਉਹਨਾਂ ਨੇ ਵੀ ਡੀਸੀ ਨੂੰ ਲੁਧਿਆਣਾ ਨੂੰ ਆਰਡਰ ਕੀਤਾ ਵਾ ਕਿ ਇਹਦੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਉਹ ਆਰਡਰ ਆਇਆ ਪਿਆ ਵਾ ਪੁਲਿਸ ਕੋਲੇ। ਇੱਕ ਚੌਂਕੀ ਇੰਚਾਰਜ ਕੁੜੀ ਬਿਆਨ ਵੀ ਲੈ ਗਈ ਆ ਅੱਜ ਤੋਂ ਮਹੀਨਾ ਪਹਿਲਾਂ, ਪਰ ਕਾਰਵਾਈ ਕੋਈ ਨਹੀਂ ਗਈ। ਕਿਉਂ? ਕਾਹਤੋਂ ਨਹੀਂ ਕਾਰਵਾਈ? ਕਿਉਂਕਿ ਉਹ ਥਾਣੇਦਾਰ ਪਟਿਆਲੇ ਬੈਠਾ ਵਾ। ਮੈਂ ਜਿੱਥੋਂ ਤੱਕ ਸਮਝਦਾ ਵਾਂ, ਪੰਜਾਬ ਦਾ ਜਿਹੜਾ ਕਾਲਾ ਦੌਰ ਪਿਛਲਾ ਲੰਘਿਆ ਵਾ 10-15 ਸਾਲਾਂ ਦਾ, ਉਹਦੇ ਵਿੱਚ ਜਿਹੜੀ ਪੁਲਿਸ ਨੂੰ ਅਥਾਹ ਸ਼ਕਤੀਆਂ ਉਸ ਟਾਈਮ ਦੇ ਸੱਤਾਧਾਰੀ ਧਿਰ ਨੇ ਦਿੱਤੀਆਂ, ਇੰਨੀਆਂ ਤਾਕਤਾਂ ਉਹਨਾਂ ਨੂੰ ਪੁਲਿਸ ਨੂੰ ਦੇਤੀਆਂ, ਇੱਕ ਹੌਲਦਾਰ ਤੱਕ ਨੂੰ, ਸਿਪਾਹੀ ਤੱਕ ਨੂੰ, ਵੀ ਤੂੰ ਖੁਦ ਹੀ ਥਾਣੇਦਾਰ ਆ, ਖੁਦ ਹੀ ਵਕੀਲ ਆ, ਖੁਦ ਹੀ ਜੱਜ ਆ, ਜਿਹਦੇ ਘਰੇ ਜੋ ਮਰਜ਼ੀ ਕਰ ਜਾ ਕੇ ਤੈਨੂੰ ਪੁੱਛਣ ਵਾਲਾ ਕਈ ਨਹੀਂ। ਉਹ ਸ਼ਕਤੀਆਂ ਦਾ ਜਿਹੜੀ ਮਾਨਸਿਕ ਪ੍ਰਭਾਵ ਆ ਉਹ ਅੱਜ ਵੀ ਪੁਲਿਸ ਦੇ ਉੱਤੇ ਆ। ਅੱਜ ਵੀ ਜਿਹੜੇ ਥਾਣੇ ਨੇ ਉਹ ਇਹ ਮਨੁੱਖੀ ਅਧਿਕਾਰ ਕਮਿਸ਼ਨਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਸੋਸ਼ਲ ਆਰਗੇਨਾਈਜੇਸ਼ਨਾਂ, ਸੋਸ਼ਲ ਮੀਡੀਆ ਦੇ ਬਾਵਜੂਦ ਅੱਜ ਅਸੀਂ ਰੋਜ਼ ਸੁਣਦੇ ਹਾਂ ਵੀ ਥਾਣਿਆਂ ਦੇ ਵਿੱਚ ਅੱਜ ਵੀ ਅਤਿਆਚਾਰ ਉਨਾ ਹੀ ਹੁੰਦਾ ਜਿੰਨਾ ਕਿਸੇ ਬੁੱਚੜਖਾਨੇ 'ਚ ਹੁੰਦਾ। ਅੱਜ ਵੀ ਜਿਹੜੇ ਥਾਣੇ ਉਹ ਬੁੱਚੜਖਾਨੇ ਨੇ। ਕੋਈ ਥਾਣਾ ਇਹੋ ਜਿਹਾ ਨਹੀਂ, ਕੋਈ ਚੌਂਕੀ ਇਹੋ ਜਿਹੀ ਨਹੀਂ ਜਿੱਥੇ ਰਾਤ ਨੂੰ ਤਾਂ ਕੀ ਕਿਸੇ ਧੀ ਭੈਣ ਦੇ ਨਾਲ ਰਾਤ ਨੂੰ ਤਾਂ ਹੋਣਾ ਹੀ ਹੋਣਾ, ਦਿਨੇ ਵੀ ਅਤਿਆਚਾਰ ਆ ਜਿਹੜੇ ਉਹ ਹੁੰਦੇ ਨੇ। ਇਹ ਜਿਹੜੀ ਪੁਲਿਸ ਦੀ ਮਾਨਸਿਕਤਾ ਵਾ ਉਹ ਅੱਜ ਵੀ ਬਦਲੀ ਨਹੀਂ, ਭਾਵੇਂ ਕਿ ਸਾਰੇ ਮਾੜੇ ਨਹੀਂ, ਪੁਲਿਸ ਵਾਲੇ ਚੰਗੇ ਵੀ ਨੇ। ਆ ਮੇਰੇ ਕੇਸ ਦੇ ਵਿੱਚ ਚਾਹੇ ਡੀਜੀਪੀ ਸਾਹਿਬ ਲਾ ਲਈਏ, ਚਾਹੇ ਇਨਕੁਆਇਰੀ ਅਫਸਰ ਸਾਡੇ ਹੋਰ ਲਾ ਲਈਏ, ਉਹ ਬਹੁਤ ਚੰਗੇ ਨੇ, ਜਿਹੜੇ ਅੱਜ ਤੱਕ ਮੈਨੂੰ ਇਨਸਾਫ ਦਿਵਾਉਣ ਵਾਸਤੇ ਮੇਰੀ ਮਦਦ ਕਰਨ ਲੱਗੇ ਹੋਏ ਨੇ, ਮੇਰਾ ਸਹਾਰਾ ਬਣੇ ਹੋਏ ਨੇ। ਨੈਸ਼ਨਲ ਐਸਸੀ ਕਮਿਸ਼ਨ ਦਿੱਲੀ ਵੱਲੋਂ 2018 ਦੇ ਆਰਡਰ ਹੋਏ ਵੇ ਆ। ਉਸ ਤੋਂ ਇਲਾਵਾ ਘੱਟੋ ਘੱਟ 4-5 ਆਰਡਰ ਹੋਰ ਹੋ ਚੁੱਕੇ ਆ। ਉਹਨਾਂ ਆਰਡਰਾਂ ਦੇ ਮੁਤਾਬਕ ਪੁਲਿਸ ਨੇ ਪਰਚਾ ਦਰਜ ਕਰਨਾ ਸੀ ਸਾਰੇ ਦੋਸ਼ੀਆਂ ਦੇ ਉੱਤੇ, SC/ST ਐਕਟ ਅਧੀਨ ਤੇ IPC ਦੀਆਂ ਸੰਬੰਧਿਤ ਧਾਰਾਵਾਂ ਅਧੀਨ। ਤੇ ਨਾਲ ਉਸ ਆਰਡਰ ਦੇ ਮੁਤਾਬਕ ਹੋਮ ਸੈਕਟਰੀ ਨੇ 20 ਲੱਖ ਰੁਪਈਆ ਮੁਆਵਜ਼ਾ ਦੇਣਾ ਸੀਗਾ ਮੇਰੇ ਪਰਿਵਾਰ ਨੂੰ। ਨਾ ਮੁਆਵਜ਼ਾ ਦਿੱਤਾ, ਨਾ ਕਿਸੇ ਤੇ ਕੋਈ ਕਾਰਵਾਈ ਹੋਈ। ਆਰਡਰ ਆ ਜਿਹੜੇ ਉਹ ਅਜੇ ਵੀ ਉਵੇਂ ਦੇ ਉਵੇਂ ਰੱਦੀ ਦੀ ਟੋਕਰੀ ਵਿੱਚ ਸੁੱਟੇ ਪਏ ਆ। ਅੱਜ ਵੀ ਅਸੀਂ ਨੈਸ਼ਨਲ ਐਸਸੀ ਕਮਿਸ਼ਨ ਦਿੱਲੀ ਤੋਂ, ਜਿਹਦੇ ਹੁਣ ਚੇਅਰਮੈਨ ਵਿਜੇ ਸੰਪਲਾ ਜੀ ਲਾਏ ਹੋਏ ਨੇ, ਉਹਨਾਂ ਦੇ ਕੋਲੇ ਕੇਸ ਆ ਜਿਹੜਾ ਉਹ ਪੈਂਡਿੰਗ ਆ। ਉਹਨਾਂ ਦੇ ਅੰਤਮ ਸੁਣਵਾਈ ਆ ਜਿਹੜੀ ਹੁਣ ਕਰਕੇ ਦੁਬਾਰਾ ਤੋਂ ਇਸ DGP ਨੂੰ ਤੇ SSP ਤੇ IG ਨੂੰ ਆਰਡਰ ਕਰਨਾ ਵਾ। ਅਸੀਂ ਇਨਸਾਫ ਦੀ ਉਡੀਕ ਦੇ ਵਿੱਚ ਆ। बस तुरंत सिर में हथा में पैर में ना लाता ये सब कुछ कर दिया हौली 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 35,000 चिट्ठियां लिखियां और आर्डर पे सारे सारा इलीगल डिटेंशन ਦਾ ਸਾਰਾ ਸਾਡੇ ਕੇਸ ਤੋਂ ਬਿਨਾਂ, ਪਰ ਫਿਰ ਵੀ ਉਹਨੂੰ DSP ਪ੍ਰਮੋਟ ਕੀਤਾ ਜਾ ਰਿਹਾ। ਦੇਖੋ ਜੇ ਮੋਸ਼ਨ ਪਾਇਆ ਗਿਆ DSP ਤੋਂ ਛੱਡ, ਪ੍ਰਮੋਸ਼ਨ ਤੋਂ ਛੱਡ, ਸਲਾਖਾਂ ਦੇ ਪਿੱਛੇ ਹੋਏਗਾ। ਇਹ ਮੈਂ ਵਾਅਦਾ ਕਰਦੀ ਹਾਂ ਸੀਟ ਬੈਠੇਗੀ ਅੰਦਰ ਤੇ ਬੱਚੀ ਰੱਖੂ ਪਤਾ ਬੇਟਾ। ਹਾਲੇ ਵੀ ਮੈਡਮ ਇਹਦੇ ਤੇ ਸਿੱਟ ਬੈਠੇਗੀ 17 ਸਾਲ ਬਾਅਦ। ਜਦੋਂ ਮੈਟਰ ਨੌਲੇਜ ਵਿੱਚ ਆਇਆ ਉਦੋਂ ਹੀ ਸਿੱਟ ਬੈਠੇਗੀ ਨਾ, ਜਦੋਂ ਸਾਡੇ ਕੋਲ ਆਈ ਹੈ ਇਨਫੋਰਮੇਸ਼ਨ। ਨਹੀਂ ਪਰ ਬਾਕੀ ਕੋਲ ਇਨਫੋਰਮੇਸ਼ਨ ਸੀ ਨਾ ਮੈਡਮ। ਕਮਿਸ਼ਨ ਨੇ 18 ਜੁਆਇਨ ਕੀਤਾ, ਵੂਮਨ ਕਮਿਸ਼ਨ ਨੇ 18 ਜੁਆਇਨ ਕੀਤਾ। ਇਹ 2005 ਦਾ ਮੈਟਰ ਹੈ ਮੈਡਮ ਪ੍ਰਸ਼ਾਸਨ ਤਾਂ ਹੈ ਸੀ ਨਾ ਪਹਿਲਾਂ। ਨਹੀਂ ਮੈਡਮ ਪਹਿਲਾਂ ਪ੍ਰਸ਼ਾਸਨ ਸੀ। ਪ੍ਰੈਸ ਕਾਨਫਰੰਸ ਵੂਮਨ ਦੇ ਰਿਗਾਰਡਿੰਗ ਤੁਸੀਂ